ना उन्हें कोई गुरु ग्रंथ साहब पढ़िया, ना गुरु ग्रंथ साहब देखिया। तो साडा तां जिहड़ा भी जो भी साडी विचारधारा हैगी आ, साडी विचारधारा सनातन हिंदू धर्म दे उल्टा, बिल्कुल उल्टा, हर पहलू तो उल्टा, हर एंगल तो उल्टा। साडा की असीं अरदास की करदे हां, नियोटिਆਂ ਦੀ ਉਹ ਨਿਆਸਰਿਆਂ ਦਾ ਆਸਰਾ। कोई भी नियोटा हो सकता, कोई भी नहीं आसरा। असीं समाज 'ਚ रह के समाज ਦੀਆਂ ਜਿਹੜੀਆਂ ਕੁਰੀਤੀਆਂ ਉਹਨਾਂ ਦੇ ਖਿਲਾਫ ਜਦੋਜਹਿਦ ਕਰਨਾ, ਇਹ ਸਾਡਾ ਸਮਾਜਿਕ ਧਰਮ ਹੈ। ਉਹਨਾਂ ਦਾ ਜਿਹੜਾ ਹੈ ਇੰਡੀਵਿਜੂਅਲ ਸਾਲਵੇਸ਼ਨ ਰਿਲੀਜਨ। तो साडा तो उन्होंने नाल कोई लेना देना है ही नहीं। लख कोई सुप्रीम कोर्ट कही जाए, लख कोई हाई कोर्ट कही जाए, लख कोई राजनाथ कही जाए, लख कोई नहीं कही जाए, उहदे नाल साडा कोई लेना देना है ही नहीं। साडा तो गुरु दे जो गुरु ने आदेश दिता, जो गुरु ने रस्ता दिखाया, उस दे उत्ते असीं चलना सीखना। इतिहास किहड़ा है, मन घड़त कहानियां हैगियां, भुलेखे पाए जा रहे हैं सिखां नूं, मतलब भी मुसलमानां नाल लड़ रवो, असीं तमाशा देखांगे। ਇਹ ਤਾਂ ਇਹਨਾਂ ਦੀ ਮਤਲਬ ਵਿਚਾਰਧਾਰਾ ਹੈਗੀ, ਇਹਨਾਂ ਦੀ ਚਲਾਕੀ ਚੁਸਤੀ ਬੇਈਮਾਨੀ ਆ ਜਿਹੜੇ ਇਸ ਕਿਸਮ ਦੇ ਲੀਡਰ ਆ। ਰਾਜਨਾਥ ਕੌਣ ਆ, ਕੀ ਉਹਦੀ ਔਕਾਤ ਆ, ਕੀ ਉਹਦੀ ਵੈਲਿਊ? ਇੱਕ ਮਾੜਾ ਜਿਹਾ ਮਿਨਿਸਟਰ ਆ, ਉਹਨੇ ਤਾਂ ਭੁਲੇਖੇ ਪਾਉਣੇ ਆ। ਉਹਨਾਂ ਦਾ ਆਪਣਾ ਵੈਸਟਡ ਇੰਟਰਸਟ ਆ ਸਿੱਖਾਂ ਨੂੰ ਮੁਸਲਮਾਨਾਂ ਦੇ ਵਿਰੋਧ 'ਚ ਖੜਾ ਕਰਨਾ ਉਹਨਾਂ ਨੇ, ਕਿਉਂਕਿ ਉਹਨਾਂ ਦਾ ਇਸ ਗੱਲ ਦੇ ਵਿੱਚ ਵੈਸਟਡ ਇੰਟਰਸਟ ਆ। ਤੋ ਇਹ ਗੱਲਾਂ ਐਵੇਂ ਫਜ਼ੂਲ ਆ। देश के रक्षा मंत्री राजनाथ सिंह हरां दे वल्लों यूपी दे विच एक टिप्पणी सामने आउंदी है। लगातार राम मंदिर नूं लैके कई तरह दी खबरां प्रकाशित हो रही ने। उस राम मंदिर का उद्घाटन भी 2024 दे विच होण जा रहा। तो उस राम मंदिर दे नाल सिखां नूं जोड़िया गया उन्हां दी टिप्पणी दे विच, जिस दे विच निहंग फकीर सिंह दा जिक्र आउंदा और होर तरीक़िਆਂ ਦੇ ਨਾਲ ਜਿਹੜਾ ਫਿਰ ਅੱਗੇ ਗੱਲ ਜਦੋਂ ਨਿਕਲਦੀ ਹੈ ਤਾਂ ਸੁਪਰੀਮ ਕੋਰਟ ਦੇ 2019 ਦੇ ਜਿਹੜੇ ਇੱਕ ਫੈਸਲੇ ਦੇ ਵਿੱਚ ਜਿਹੜੀ ਇੱਕ ਟਿੱਪਣੀ ਹੈ, ਜਿਸ ਦਾ ਪਹਿਲਾਂ ਵੀ ਸਿੱਖ ਸੰਸਥਾਵਾਂ ਦੇ ਵੱਲੋਂ ਵਿਰੋਧ ਹੋਇਆ ਸੀ, ਹੁਣ ਉਹਦੇ ਵੀ ਚਰਚਾ ਜਿਹੜੀ ਇੱਕ ਵਾਰ ਫਿਰ ਤੋਂ ਛਿੜੀ ਹੈ। ਇਹ ਸਾਰੇ ਮਸਲੇ ਤੇ ਗੱਲਬਾਤ ਲਈ ਮੇਰੇ ਨਾਲ ਸਿੱਖ ਚਿੰਤਕ ਗੁਰਦਰਸ਼ਨ ਸਿੰਘ ਢਿੱਲੋਂ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਸਰ, ਜਿਹੜੀ ਇਹ ਟਿੱਪਣੀ ਰਾਜਨਾਥ ਸਿੰਘ ਹੋਰਾਂ ਦੀ ਸਾਹਮਣੇ ਆਈ ਹੈ, ਕਿਵੇਂ ਦੇਖ ਰਹੇ ਹੋ? ਦੇਖੋ, ਇਹ ਬਿਲਕੁਲ ਬੇਬੁਨਿਆਦ ਹੈ। ਇਹਦਾ ਨਾ ਤਾਂ ਇਤਿਹਾਸਕ ਆਧਾਰ ਹੈ, ਨਾ ਇਹਦਾ ਧਾਰਮਿਕ ਆਧਾਰ ਹੈ, ਨਾ ਇਹਦਾ ਸਮਾਜਿਕ ਆਧਾਰ ਹੈ। ਸਿੱਖਿਜ਼ਮ ਅਪੋਜ਼ਡ ਆ ਸਨਾਤਨ ਹਿੰਦੂ ਧਰਮ ਨਾਲ ਟੋਟਲੀ, ਕਿਉਂਕਿ ਸਨਾਤਨ ਹਿੰਦੂ ਧਰਮ ਦੀ ਜਿਹੜੀ ਬੁਨਿਆਦ ਹੈ, ਉਹਦਾ ਜਿਹੜਾ ਫਰੇਮਵਰਕ, ਜਿਹਨੂੰ ਅੰਗਰੇਜ਼ੀ 'ਚ ਅਸੀਂ ਸਟੀਲ ਫਰੇਮ ਕਹਿੰਦੇ, ਉਹ ਕਾਸਟ ਇੰਸਟੀਟਿਊਸ਼ਨ। ਸਮਝੇ ਕਿ ਨਹੀਂ? ਤੋ ਉਸ ਕਾਸਟ ਇੰਸਟੀਟਿਊਸ਼ਨ 'ਤੇ ਸਨਾਤਨ ਧਰਮ ਆਧਾਰਿਤ ਹੈਗਾ। ਜੇ ਤੁਸੀਂ ਕਾਸਟ ਇੰਸਟੀਟਿਊਸ਼ਨ ਨੂੰ ਖ਼ਤਮ ਕਰ ਦੋਗੇ ਨਾ, ਤਾਂ ਜਿਹੜਾ ਸਾਰਾ ਸਨਾਤਨ ਧਰਮ ਆ, ਉਹ ਜਿਸ ਤਰ੍ਹਾਂ ਹਾਊਸ ਆਫ ਕਾਰਡਸ ਹੁੰਦਾ, ਉਹ ਇੱਕ ਮਿੰਟ ਢਹਿ ਢੇਰੀ ਹੋ ਜਾਊਗਾ। ਤੋ ਸਾਡਾ ਅਸੀਂ ਟੋਟਲੀ ਅਪੋਜ਼ਡ ਆ ਕਾਸਟ ਇੰਸਟੀਟਿਊਸ਼ਨ ਨੂੰ। ਸਮਝੇ ਕਿ ਨਹੀਂ? ਤੋ ਇਸ ਕਰਕੇ ਸਾਡਾ ਉਹਨਾਂ ਦੇ ਨਾਲ ਕੋਈ ਮੇਲ ਜੋਲ ਨਹੀਂ। ਨਾ ਤਾਂ ਅਸੀਂ ਮੂਰਤੀ ਪੂਜਕ ਹਾਂ, ਨਾ ਅਸੀਂ ਰਿਚੁਅਲਿਜ਼ਮ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਹਾਂ। ਅਸੀਂ ਇੱਕ ਧਰਮ ਨੂੰ ਮੰਨਣ ਵਾਲੇ ਹਾਂ। ਸਾਡੀ ਜਿਹੜੀ ਜੋ ਵੀ ਧਾਰਮਿਕ ਪਰਿਪੇਖ ਆ, ਉਹ ਗੁਰੂ ਨੇ ਆਪ ਆਧਾਰ ਕੀਤਾ, ਆਧਾਰ ਉਹਨੂੰ ਕਲੀਅਰਲੀ ਡਿਫਾਈਨ ਕੀਤਾ। ਪੰਜਵੇਂ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1136 ਪੰਨੇ ਦੇ ਵਿੱਚ ਬਹੁਤ ਸਾਫ ਸੁਥਰਾ ਲਿਖਿਆ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਸਾਡੇ ਧਰਮ ਦੀ ਆਇਡੈਂਟੀਟੀ ਦੇ ਉੱਤੇ ਕੋਈ ਨਾ ਕੋਈ ਅਟੈਕ ਹੁੰਦੇ ਰਹਿਣਗੇ। ਤਾਂ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ, ਉਹ ਲਿਖਤੀ ਰੂਪ ਦੇ ਵਿੱਚ ਆ। ਓਰਲ ਟ੍ਰੈਡੀਸ਼ਨ ਤਾਂ ਹੈ ਹੀ ਨਹੀਂ, ਰਿਟਨ ਟ੍ਰੈਡੀਸ਼ਨ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੀ। ਉਹਦੇ ਵਿੱਚ ਮੈਂ ਤੁਹਾਨੂੰ ਪੜ੍ਹ ਦਿੰਦਾ ਸਾਰੀ ਤੁਕ, ਔਰ ਉਹ ਇਤਨੀ ਖੂਬਸੂਰਤ ਤੁਕ ਆ ਔਰ ਇਤਨੀ ਕਲੀਅਰ ਆ, ਜਿਸ ਦੇ ਉੱਤੇ ਕੋਈ ਡਿਬੇਟ। ਤੇ ਜਿਹੜਾ ਬੰਦਾ ਇਸ ਤੁਕ ਨੂੰ ਮੰਨਦਾ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਨਹੀਂ, ਤਾਂ ਸਿੱਖਾ ਹੀ ਨਹੀਂ, ਚਾਹੇ ਕੋਈ ਨਿਹੰਗਾ, ਚਾਹੇ ਕੋਈ ਵੀ ਆ। ਤੋ ਉਹਦੇ ਵਿੱਚ ਕੀ ਕਹਿ ਰਹੇ ਆ ਮਹਾਰਾਜ ਕਿ ਵਰਤ ਨਾ ਰਾਹੋਂ ਨਾ ਮੈਂ ਰਮਦਾਨਾ, ਨਾ ਮੈਂ ਵਰਤ ਰੱਖਦਾ, ਨਾ ਮੈਂ ਰਮਦਾਨਾਂ ਦੀ ਕੋਈ ਇਸ ਕਿਸਮ ਦੀ ਟ੍ਰੈਡੀਸ਼ਨ ਨੂੰ ਬਿਲੀਵ ਕਰਦਾ। ਤਿਸ ਸੇਵੀ ਸੋ ਰੱਖੇ ਨਿਦਾਨਾ। ਆਪਾਂ ਸਿਰਫ ਇੱਕ ਅਕਾਲ ਪੁਰਖ ਨੂੰ ਜਿਹੜਾ ਬਿਲਕੁਲ ਅਟਲ ਇੱਕ ਹੈ। ਸਮਝੇ ਕਿ ਇਹ ਗੁਸਾਈ ਅੱਲਾ ਮੇਰਾ ਏਕ ਗੁਸਾਈ, ਇੱਕੋ ਰੱਬ ਨੂੰ ਮੰਨਣ ਵਾਲਾ, ਉਹੀ ਮੇਰਾ ਅੱਲਾ, ਉਹੀ ਮੇਰਾ ਰੱਬ ਆ, ਉਹੀ ਮੇਰਾ ਸਭ ਕੁਛ ਹੈ। ਤਾਂ ਹਿੰਦੂ ਤੁਰਕ ਦੋਹਾਂ ਨਿਬੇੜਾ। ਆ ਕੀ ਕਹਿ ਰਿਹਾ ਮਹਾਰਾਜ? ਇਹ ਕੀ ਕਹਿ ਰਿਹਾ? ਹਿੰਦੂ ਅਤੇ ਤੁਰਕ ਮਤਲਬ ਮੁਸਲਮਾਨਾਂ ਨਾਲ ਮੇਰਾ ਨਿਬੇੜਾ ਹੋ ਚੁੱਕਿਆ। ਅਸੀਂ ਅੱਡ ਹੋ ਚੁੱਕੇ ਹਾਂ ਉਹਨਾਂ ਦੇ ਨਾਲ। ਸਾਡਾ ਉਹਨਾਂ ਦਾ ਕੋਈ ਲੈਣਾ ਦੇਣਾ ਹੈ ਹੀ ਨਹੀਂ ਕਿਸੇ ਕਿਸਮ ਦਾ। ਕੀ ਅੱਗੇ ਕਹਿ ਰਹੇ? ਹੱਜ ਕਾਬੇ ਜਾਊਂ ਨਾ ਤੀਰਥ ਪੂਜਾ। ਨਾ ਮੈਂ ਹੱਜ 'ਤੇ ਜਾਂਦਾ, ਨਾ ਕਾਬੇ ਜਾਂਦਾ, ਨਾ ਮੈਂ ਤੀਰਥਾਂ ਦੀ ਪੂਜਾ ਕਰਦਾ। ਏਕੋ ਸੇਵੀ ਅਵਰ ਨਾ ਦੂਜਾ। ਇੱਕ ਰੱਬ ਨੂੰ ਮੰਨਦਾ, ਮੈਂ ਦੂਜੇ ਦੀ ਗੱਲ ਹੀ ਨਹੀਂ ਕਰਦਾ। ਤੋ ਪੂਜਾ ਕਰੂ ਨਾ ਨਮਾਜ਼ ਗੁਜ਼ਾਰੂ। ਨਾ ਮੈਂ ਹਿੰਦੂਆਂ ਵਾਲੀ ਪੂਜਾ ਕਰਦਾ, ਮੈਂ ਨਾ ਨਮਾਜ਼ ਕਰਦਾ ਹੈ ਮੁਸਲਮਾਨਾਂ ਵਾਲੀ।
ਏਕ ਨਿਰੰਕਾਰ ਘੇਰੇ ਦੇ ਨਮਸਕਾਰੋ, ਇੱਕ ਰੱਬ ਨੂੰ ਮੰਨਣ ਵਾਲਾ, ਉਸ ਨੂੰ ਆਪਣੇ ਹਿਰਦੇ 'ਚ ਵਸਾ ਕੇ ਉਸ ਦੇ ਨਾਲ ਆਪਣਾ ਜੀਵਨ ਬਤੀਤ ਕਰਨ ਵਾਲਾ। ਨਾ ਹਮ ਹਿੰਦੂ ਨਾ ਮੁਸਲਮਾਨ। ਉਹ ਗੁਰੂ ਮਹਾਰਾਜ ਇਸ ਗੱਲ ਨੂੰ ਇੰਨਾ ਸਪਸ਼ਟ ਕਰ ਰਹੇ ਆ ਤਾਂ ਕਿ ਕਿਸੇ ਵੀ ਸਿੱਖ ਦੇ ਵਿੱਚ ਕੋਈ ਕਿਸੇ ਕਿਸਮ ਦਾ ਭਰਮ ਭੁਲੇਖਾ ਰਹਿ ਹੀ ਨਾ ਜਾਵੇ। ਕੀ ਕਹਿ ਰਹੇ? ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਨ। ਔਰ ਆਹ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1136 'ਚ, ਮੈਂ ਨਹੀਂ ਕਹਿ ਰਿਹਾ, ਇਹਨੂੰ ਝੁਠਲਾਇਆ ਨਹੀਂ ਜਾ ਸਕਦਾ। ਜਿਹੜਾ ਸਿੱਖ ਇਸ ਨੂੰ ਨਹੀਂ ਮੰਨਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਕ ਨੂੰ, ਉਹ ਸਿੱਖ ਹੈ ਹੀ ਨਹੀਂ। ਤੋ ਸਭ ਤੋਂ ਵੱਡਾ ਸਾਡਾ ਇਸ਼ਟ ਜੋ ਹੈ, ਸਾਡਾ ਜੋ ਕੁਝ ਹੈ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਸ ਦੀ ਜੋ ਰੂਪਰੇਖਾ ਹੈ, ਜੋ ਇਸ ਦਾ ਸਿਧਾਂਤ ਹੈ, ਜੋ ਇਸ ਦਾ ਮੈਸੇਜ ਆ, ਉਸ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਪਾਉਣਾ। ਉਹਦੇ ਵਿੱਚ ਕੋਈ ਨਿਹੰਗ ਕੀ ਕਹਿ ਰਿਹਾ, ਕੋਈ ਫਲਾਣਾ ਕੀ ਕਹਿ ਰਿਹਾ, ਉਹਦਾ ਕੋਈ ਮਤਲਬ ਹੀ ਕੋਈ ਨਹੀਂ। ਸਾਨੂੰ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਉਹ ਪਰਪੱਕ ਹੈ, ਉਸ ਦੇ ਉੱਤੇ ਅਸੀਂ ਪਹਿਰਾ ਦੇਣਾ, ਉਸ ਦੇ ਇਸ਼ਾਰੇ 'ਤੇ, ਉਸ ਦੇ ਮਤਲਬ ਉਹਦੇ ਇਸ਼ਾਰੇ 'ਤੇ ਅਸੀਂ ਚੱਲਣਾ। ਤੋ ਇਸ ਗੱਲ ਦੀ ਗੱਲ ਐਵੇਂ ਹੀ ਰਾਜਨਾਥ ਬੋਲੀ ਜਾਂਦਾ, ਨਾ ਉਹਨੇ ਕੋਈ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਨਾ ਗੁਰੂ ਗ੍ਰੰਥ ਸਾਹਿਬ ਦੇਖਿਆ। ਤੋ ਸਾਡਾ ਤਾਂ ਜਿਹੜਾ ਵੀ ਜੋ ਵੀ ਸਾਡੀ ਵਿਚਾਰਧਾਰਾ ਹੈਗੀ ਆ, ਸਾਡੀ ਵਿਚਾਰਧਾਰਾ ਸਨਾਤਨ ਹਿੰਦੂ ਧਰਮ ਦੇ ਉਲਟਾ, ਬਿਲਕੁਲ ਉਲਟਾ, ਹਰ ਪਹਿਲੂ ਤੋਂ ਉਲਟਾ, ਹਰ ਐਂਗਲ ਤੋਂ ਉਲਟਾ। ਸਾਡਾ ਸਮਾਜਿਕ ਧਰਮ ਹੈ, ਸਮਝੇ ਕਿ ਨਹੀਂ? ਸੁਸਾਈਟਲ ਰਿਲੀਜਨ ਆ। ਉਹਨਾਂ ਦਾ ਕੀ ਧਰਮ ਆ? ਉਹ ਇੰਡੀਵਿਜੂਅਲ ਸਾਲਵੇਸ਼ਨ 'ਚ ਬਿਲੀਵ ਕਰਦੇ ਆ। ਕੀ ਹੈ? ਜਦੋਂ ਚੌਥੀ ਉਹਨਾਂ ਦੀ ਆਉਂਦੀ ਹੈ ਸਟੇਜ ਲਾਈਫ ਦੀ, ਉਦੋਂ ਦੁਨੀਆਦਾਰੀ ਨੂੰ ਛੱਡ ਕੇ ਚਲੇ ਜਾਂਦੇ, ਆਪਣੀ ਕਬੀਲਦਾਰੀ ਨੂੰ ਛੱਡ ਕੇ ਚਲੇ ਜਾਂਦੇ, ਆਪਣੇ ਸਮਾਜ ਨੂੰ ਛੱਡ ਕੇ ਚਲੇ ਜਾਂਦੇ, ਆਪਣੇ ਸਾਰਾ ਕੁਝ ਛੱਡ ਕੇ ਜੰਗਲਾਂ 'ਚ ਜਾ ਕੇ ਰੱਬ ਦੀ ਭਾਲ ਕਰਦੇ। ਕਿਸ ਲਈ? ਕਿ ਮੇਰਾ ਕੁਝ ਹੋ ਜੇ, ਮੈਨੂੰ ਸਾਲਵੇਸ਼ਨ ਮਿਲ ਜੇ। ਸਮਝੇ ਕਿ ਨਹੀਂ? ਅਸੀਂ ਯੂਨੀਵਰਸਲ ਸਾਲਵੇਸ਼ਨ ਲਈ ਲੜਦੇ ਹਾਂ। ਅਸੀਂ ਸਮਾਜ 'ਚ ਰਹਿ ਕੇ ਸਮਾਜ ਦੀਆਂ ਕੁਰੀਤੀਆਂ ਦੇ ਖਿਲਾਫ ਲੜਦੇ ਹਾਂ, ਜਦੋਜਹਿਦ ਕਰਦੇ ਹਾਂ, ਜੋ ਗੁਰੂ ਦਾ ਸਾਨੂੰ ਸੰਦੇਸ਼। ਅਸੀਂ ਸਮਾਜਿਕ ਜੀਵਨ ਨੂੰ ਸਭ ਤੋਂ ਉੱਚਾ ਸਮਝਦੇ ਹਾਂ। ਅਸੀਂ ਇਸ ਸਮਾਜਿਕ ਜੀਵਨ ਦੇ 'ਚ ਰੱਬ ਨੂੰ ਮੰਨਦੇ ਹਾਂ, ਰੱਬ ਨੂੰ, ਆਪਣੇ ਗੁਰੂ ਨੂੰ ਆਪਣੇ ਹਿਰਦੇ 'ਚ ਵਸਾ ਕੇ ਜ਼ਿੰਦਗੀ ਬਸਰ ਕਰਦੇ ਹਾਂ। ਅਸੀਂ ਸਮਾਜ ਦੀਆਂ ਕੁਰੀਤੀਆਂ ਦੇ ਖਿਲਾਫ ਜਦੋਜਹਿਦ ਕਰਦੇ ਹਾਂ। ਸਾਡਾ ਕੀ, ਅਸੀਂ ਅਰਦਾਸ ਕੀ ਕਰਦੇ ਹਾਂ? ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ। ਕੋਈ ਵੀ ਨਿਓਟਾ ਹੋ ਸਕਦਾ, ਕੋਈ ਵੀ ਨਹੀਂ ਆਸਰਾ। ਅਸੀਂ ਸਮਾਜ 'ਚ ਰਹਿ ਕੇ ਸਮਾਜ ਦੀਆਂ ਜਿਹੜੀਆਂ ਕੁਰੀਤੀਆਂ, ਉਹਨਾਂ ਦੇ ਖਿਲਾਫ ਜਦੋਜਹਿਦ ਕਰਨਾ, ਇਹ ਸਾਡਾ ਸਮਾਜਿਕ ਧਰਮ ਹੈ। ਉਹਨਾਂ ਦਾ ਜਿਹੜਾ ਹੈ ਇੰਡੀਵਿਜੂਅਲ ਸਾਲਵੇਸ਼ਨ ਰਿਲੀਜਨ ਹੈ। ਤੋ ਸਾਡਾ ਤਾਂ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਹੈ ਹੀ ਨਹੀਂ। ਸਾਡਾ ਤਾਂ ਉਹਨਾਂ ਨਾਲ ਵਿਖੜਾ ਹੋ ਚੁੱਕਿਆ, ਸਮਝੇ ਕਿ ਨਹੀਂ? ਇਹ ਸਰ ਇੱਕ ਰਾਜਨੀਤਿਕ ਵੱਡਾ ਮੁੱਦਾ ਰਿਹਾ ਬਾਬਰੀ ਮਸਜਿਦ ਦਾ ਸੀ, ਰਾਮ ਮੰਦਿਰ। ਬਾਬਰੀ ਮਸਜਿਦ ਕੋਈ ਕੱਢ ਲਾ ਤੂੰ, ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੋ ਮੈਨੂੰ ਕਹਿ ਰਿਹਾ, ਮੈਂ ਤਾਂ ਬਤੌਰ ਸਿੱਖ ਜੋ ਗੁਰੂ ਗ੍ਰੰਥ ਸਾਹਿਬ ਦਾ ਆਦੇਸ਼ ਆ, ਉਹਦਾ ਦਾ ਬਹੁਤ ਸਪਸ਼ਟ ਅਤੇ ਕਲੀਅਰ ਆਦੇਸ਼ ਆ। ਜਾਂ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਨਾ ਮੰਨਾਂ, ਜਾਂ ਗੁਰੂ ਗ੍ਰੰਥ ਸਾਹਿਬ ਨੂੰ ਨਕਾਰ ਦਿਆਂ, ਤਾਂ ਮੈਂ ਉੱਧਰ ਨੂੰ ਚੱਲੂੰ ਜਿਵੇਂ ਤੂੰ ਕਹਿ ਰਿਹਾ। ਗੁਰੂ ਗ੍ਰੰਥ ਸਾਹਿਬ ਤੋਂ ਸਾਰੀ ਜੋ ਡਾਇਰੈਕਸ਼ਨ ਲੈਣੀ ਆ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ, ਉਹਦੇ ਨਾਲ ਇੱਕਮਿਕ ਹੋਣਾ, ਸਮਝੇ ਕਿ ਨਹੀਂ? ਅਤੇ ਫਿਰ ਜੇ ਤੁਸੀਂ ਉਸ ਦੇ ਨਾਲ ਟੁੱਟੇ ਹੋਏ, ਫਿਰ ਤਾਂ ਤੁਸੀਂ ਸਿੱਖ ਹੈ ਹੀ ਨਹੀਂ, ਫਿਰ ਤਾਂ ਤੁਹਾਡਾ ਕੋਈ ਲੈਣਾ ਦੇਣਾ ਹੀ ਨਹੀਂ। ਜੋ ਮਰਜ਼ੀ ਕਰੀ ਜਾਓ ਤੁਸੀਂ, ਜੋ ਮਰਜ਼ੀ ਕਹੀ ਜਾਓ ਤੁਸੀਂ, ਉਹਦੀ ਕੀ? ਅਸੀਂ ਤਾਂ ਕੁਝ ਕਹਿਣਾ ਹੀ ਨਹੀਂ। ਅਸੀਂ ਤਾਂ ਜੋ ਗੁਰੂ ਦਾ ਕਿਹਾ, ਉਹਦੀ ਆਗਿਆ ਦੇ ਅਧੀਨ ਚੱਲਣਾ, ਉਹਦੀ ਆਗਿਆ ਦੇ ਅਧੀਨ ਰਹਿਣਾ, ਸਮਝੇ ਕਿ ਨਹੀਂ? ਤੋ ਸਾਡੇ ਲਈ ਮਤਲਬ ਇਹੋ ਜਿਹੀਆਂ ਗੱਲਾਂ ਦੀ ਕੋਈ ਵੈਲਿਊ ਨਹੀਂ। ਲੱਖ ਕੋਈ ਸੁਪਰੀਮ ਕੋਰਟ ਕਹੀ ਜਾਵੇ, ਲੱਖ ਕੋਈ ਹਾਈ ਕੋਰਟ ਕਹੀ ਜਾਵੇ, ਲੱਖ ਕੋਈ ਰਾਜਨਾਥ ਕਹੀ ਜਾਵੇ, ਲੱਖ ਕੋਈ ਨਿਹੰਗ ਕਹੀ ਜਾਵੇ, ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਹੈ ਹੀ ਨਹੀਂ। ਸਾਡਾ ਤਾਂ ਗੁਰੂ ਦੇ, ਜੋ ਗੁਰੂ ਨੇ ਆਦੇਸ਼ ਦਿੱਤਾ, ਜੋ ਗੁਰੂ ਨੇ ਰਸਤਾ ਦਿਖਾਇਆ, ਉਸ ਦੇ ਉੱਤੇ ਅਸੀਂ ਚੱਲਣਾ ਸਿੱਖ ਨੇ, ਜੀ, ਸਮਝੇ ਕਿ ਨਹੀਂ? ਜੀ ਸਰ, ਇਹਦੇ ਕਰਕੇ ਜਿਹੜਾ ਜਨਮ ਸਾਖੀਆਂ ਦੀ ਬੜੀ ਗੱਲ ਚੱਲਦੀ ਹੈ, ਜਦੋਂ ਕਿ ਜਨਮ ਸਾਖੀਆਂ ਕੀ ਸਾਡੇ ਇਤਿਹਾਸ ਦਾ ਜਿਹੜਾ ਸੋਮਾ ਹੈਗੀਆਂ, ਅਸੀਂ ਉਸ ਤੋਂ ਆਪਣਾ ਇਤਿਹਾਸਕ ਜਾਣਕਾਰੀ ਲੈਣੀ ਹੈ। ਜੇ ਗੁਰੂ ਗ੍ਰੰਥ ਸਾਹਿਬ 'ਤੇ ਸਾਡੀ ਗੱਲ ਮੁੱਕ ਰਹੀ ਹੈ, ਅਤੇ ਜੀ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਜਿਹੜੀਆਂ ਜਨਮ ਸਾਖੀਆਂ, ਉਹਨਾਂ ਦੇ ਉੱਤੇ ਕਈ ਚੀਜ਼ਾਂ ਐਸੀਆਂ, ਉਹਨਾਂ 'ਚ ਕਈ ਵੈਸਟਡ ਇੰਟਰਸਟ, ਉਹ ਗੁਰੂ ਨੇ ਥੋੜ੍ਹੋ ਲਿਖੀਆਂ ਜਨਮ ਸਾਖੀਆਂ। ਗੁਰੂਆਂ ਦੀ ਵਿਲੱਖਣਤਾ ਇਹੀ ਹੈ ਕਿ ਉਹਨਾਂ ਨੇ ਆਪਣੇ ਜੀਵਨ ਬਾਰੇ ਕੁਛ ਨਹੀਂ ਲਿਖਿਆ। ਕਿਸੇ ਗੁਰੂ ਨੇ ਆਪਣੇ ਜੀਵਨ ਬਾਰੇ ਇੱਕ ਅੱਖਰ ਨਹੀਂ ਲਿਖਿਆ, ਕਿਉਂਕਿ ਗੁਰੂ ਸਮਰਪਿਤ ਹੈ ਮਾਨਵਤਾ ਨੂੰ, ਇਨਸਾਨੀਅਤ ਨੂੰ, ਯੂਨੀਵਰਸਲਿਜ਼ਮ ਨੂੰ, ਸਮਝੇ ਕਿ ਨਹੀਂ? ਉਹ ਇਸ ਕਰਕੇ ਇਹਨਾਂ ਗੱਲਾਂ 'ਚ ਨਹੀਂ ਪੈਂਦਾ ਗੁਰੂ ਵੀ ਮੈਂ ਆਪਣੇ ਬਾਰੇ ਲਿਖਾਂ, ਆਪਣੇ ਪਰਿਵਾਰ ਬਾਰੇ ਲਿਖਾਂ, ਆਪਣੇ ਐਨਸੈਸਟਰਸ ਬਾਰੇ ਲਿਖਾਂ, ਆਪਣਾ ਇਤਿਹਾਸ ਲਿਖਾਂ। ਉਹ ਤਾਂ ਜਨਮ ਸਾਖੀਆਂ ਤਾਂ ਲੋਕਾਂ ਦੀਆਂ ਲਿਖੀਆਂ ਵੀ ਆ, ਉਹਨਾਂ 'ਚ ਕਈ ਭੁਲੇਖੇ ਪਾਏ ਹੋਏ ਆ, ਕਈ ਵੈਸਟਡ ਇੰਟਰਸਟ ਆ ਉਹਨਾਂ ਦੇ ਵਿੱਚ, ਕਈ ਇਸ ਕਿਸਮ ਦੀਆਂ ਜਨਮ ਸਾਖੀਆਂ ਜਿਹੜੀਆਂ ਵਿਰੋਧ 'ਚ ਲਿਖੀਆਂ ਗਈਆਂ ਗੁਰੂਆਂ ਦੇ, ਸਮਝੇ ਕਿ ਨਹੀਂ?
ਤੋ ਇਸ ਕਰਕੇ ਮਤਲਬ ਜਨਮ ਸਾਖੀਆਂ ਰੈਲੇਵੈਂਟ ਨਹੀਂ, ਸਾਨੂੰ ਰਿਟਨ ਟ੍ਰੈਡੀਸ਼ਨ ਦਿੱਤੀ ਹੈ ਗੁਰੂ ਨੇ, ਲਿਖ ਕੇ ਦੇਤਾ, ਦਸਤਾਵੇਜ਼ ਲਿਖ ਕੇ ਦੇਤਾ। ਉਸ ਦਾ ਇੱਕ ਅੱਖਰ ਵੀ, ਇੱਕ ਮਤਲਬ ਉਸ ਦੇ ਵਿੱਚ ਕੋਈ ਚੀਜ਼ ਤੁਸੀਂ ਨਾ ਐਡ ਕਰ ਸਕਦੇ ਹੋ, ਨਾ ਉਸ ਦੇ ਚੋਂ ਘਟਾ ਸਕਦੇ ਹੋ। ਜੀ ਜੀ ਸਰ, ਜਿਹੜਾ ਇਹਦਾ ਆਧਾਰ ਬਣਾ ਕੇ ਕਿਹਾ ਗਿਆ, ਇਸ ਦਾ ਮਤਲਬ ਅਸੀਂ ਉਸ ਨੂੰ ਇਤਿਹਾਸਕ ਆਧਾਰ ਨਹੀਂ ਮੰਨ ਸਕਦੇ। Totally ਬੇਕਾਰ ਆ ਇਤਿਹਾਸ ਕਿਹੜਾ ਇਹ, ਮਨ ਘੜਤ ਕਹਾਣੀਆਂ ਹੈਗੀਆਂ, ਭੁਲੇਖੇ ਪਾਏ ਜਾ ਰਹੇ ਆ ਸਿੱਖਾਂ ਨੂੰ, ਮਤਲਬ ਵੀ ਮੁਸਲਮਾਨਾਂ ਨਾਲ ਲੜ ਰਵੋ, ਅਸੀਂ ਤਮਾਸ਼ਾ ਦੇਖਾਂਗੇ। ਇਹ ਤਾਂ ਇਹਨਾਂ ਦੀ ਮਤਲਬ ਵਿਚਾਰਧਾਰਾ ਹੈਗੀ, ਇਹਨਾਂ ਦੀ ਚਲਾਕੀ ਚੁਸਤੀ ਬੇਈਮਾਨੀ ਆ ਜਿਹੜੇ ਇਸ ਕਿਸਮ ਦੇ ਲੀਡਰ ਆ। ਇਹ ਸਾਰੀ ਬੀਜੇਪੀ ਦੀ ਚਾਲ ਆ। ਹਿੰਦੂ ਰਾਸ਼ਟਰ ਤੁਸੀਂ ਬਣਾਉਣਾ ਚਾਹੁੰਦੇ ਹੋ, ਦੂਸਰਿਆਂ ਨੂੰ ਸਾਰਿਆਂ ਨੂੰ ਮਿਟਾਉਣਾ ਚਾਹੁੰਦੇ ਹੋ। ਅਸੀਂ ਤਾਂ ਹਿੰਦੂ ਰਾਸ਼ਟਰ ਦੇ 100% ਅਗੇਂਸਟ ਆ, ਸਮਝੇ ਕਿ ਨਹੀਂ। ਤੋ ਇਸ ਕਰਕੇ ਸਾਡਾ ਜਿਹੜਾ ਧਰਮ ਹੈ ਉਹ ਧਰਮ ਯੂਨੀਵਰਸਲ ਰਿਲੀਜਨ, ਮਾਨਵਤਾ ਨੂੰ ਸਮਰਪਿਤ ਆ। ਅਸੀਂ ਕਿਸੇ ਫਿਰਕੇ ਨੂੰ, ਕਿਸੇ ਸਮਾਜ ਨੂੰ ਸਮਰਪਿਤ ਨਹੀਂ ਹੈ। ਅਸੀਂ ਅਰਦਾਸ ਕੀ ਕਰਦੇ, ਨਿਉਟਿਆਂ ਦੀ ਓਟ ਨਿਆਸਰਾ। ਨਿਉਟਾ ਕੌਣ ਦੱਸਿਆ ਥੋੜ੍ਹਾ, ਨਿਉਟਾ ਕੋਈ ਵੀ ਹੋ ਸਕਦਾ, ਹਿੰਦੂ ਵੀ ਹੋ ਸਕਦਾ, ਮੁਸਲਮਾਨ ਵੀ ਹੋ ਸਕਦਾ, ਸਿੱਖ ਵੀ, ਈਸਾਈ, ਕੋਈ ਹੋ ਸਕਦਾ। ਅਸੀਂ ਤਾਂ ਉਸ ਦੀ ਪ੍ਰੋਟੈਕਸ਼ਨ ਲਈ, ਜਿਹੜਾ ਬੰਦਾ ਸਫ਼ਰ ਕਰ ਰਿਹਾ, ਜਿਹੜਾ ਭੁੱਖਾ ਨਿਹੱਥਾ, ਜਿਸ ਦੇ ਉੱਤੇ ਜ਼ੁਲਮੋ ਸਿਤਮ ਹੋ ਰਿਹਾ, ਉਹਦੇ ਹੱਕ ਵਿੱਚ ਖੜੇ ਹੋਣਾ। ਭਾਈ ਸਾਹਿਬ, ਆਖਰ ਦੇ ਵਿੱਚ ਸਰ ਮੈਂ ਇਹੀ ਤੁਹਾਡੇ ਤੋਂ ਜਾਣਨਾ ਚਾਹੂੰਗਾ, ਅਸੀਂ ਵੀ ਤੁਹਾਡੇ ਤੱਕ ਇਹ ਮਸਲਾ ਆਉਣ ਤੋਂ ਬਾਅਦ ਪਹੁੰਚ ਇਸੇ ਕਰਕੇ ਕੀਤੀ ਹੈ ਕਿ ਹੁਣ ਇਹਨਾਂ ਸਾਰੀਆਂ ਚੀਜ਼ਾਂ 'ਚੋਂ ਇੱਕ ਆਮ ਸਿੱਖ ਨੂੰ ਕੀ ਸਮਝਣ ਦੀ ਜ਼ਰੂਰਤ ਹੈ? ਆਮ ਸਿੱਖ ਨੂੰ ਇੱਕੋ ਗੱਲ ਸਮਝਣ ਦੀ ਲੋੜ ਆ ਜਿਹੜੀ ਗੁਰੂ ਨੇ ਦੱਸੀ ਆ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਬਾਕੀ ਸਾਰੀਆਂ ਚੀਜ਼ਾਂ ਨੂੰ ਛੱਡ ਦਿਓ। ਜੋ ਗੁਰੂ ਗ੍ਰੰਥ ਸਾਹਿਬ ਕਹਿੰਦਾ ਉਸ ਦੇ ਉੱਤੇ, ਉਸ ਦੇ ਆਦੇਸ਼ ਦੇ ਉੱਤੇ ਚੱਲੋ। ਆਹ ਜਿਹੜੇ ਬੇਕਾਰ ਕਿਸਮ ਦੀਆਂ ਚੀਜ਼ਾਂ ਵੀ ਉੱਥੇ ਜੀ ਰਾਮ ਮੰਦਰ ਆ ਜੀ, ਉੱਥੇ ਫਲਾਣੀ, ਗੁਰੂ ਤਾਂ ਕਦੇ ਕਹਿੰਦਾ ਹੀ ਨਹੀਂ ਵੀ ਕਿਸੇ ਦੇ ਧਾਰਮਿਕ ਸਥਾਨ ਨੂੰ ਤੁਸੀਂ ਡਿਸਟਰੋਏ ਕਰੋ। ਕਿੱਥੇ ਕਹਿੰਦਾ ਗੁਰੂ? ਗੁਰੂ ਤਾਂ ਜਦੋਂ ਮਤਲਬ ਈਵਨ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਕੀ ਕਹਿੰਦੀ ਹੈ ਵੀ ਜਿਹੜਾ ਵੀ ਬੰਦਾ, ਹਰ ਬੰਦੇ ਦਾ ਹੱਕ ਆ ਜਮਾਂਦਰੂ ਤੌਰ ਦੇ ਉੱਤੇ ਵੀ ਆਪਣਾ ਧਰਮ ਆਪਣੀਆਂ ਰਹੁ ਰੀਤਾਂ ਦੇ ਮੁਤਾਬਕ ਉਹ ਮਨਾਵੇ। ਸਮਝੇ ਕਿ ਨਹੀਂ। ਜੰਜੂ ਦੀ ਜਦੋਂ ਗੱਲ ਹੋਈ, ਮਹਾਰਾਜ ਨੇ ਕਿਹਾ ਇਹਨਾਂ ਦਾ ਹੱਕ ਆ ਵਿਚਾਰਿਆਂ ਨੂੰ ਕਰਨ ਦਿਓ, ਜੋ ਕਰਦੇ ਆ ਭੁਲੇਖੇ 'ਚ ਪਏ ਵੇ, ਭੁਲੇਖੇ 'ਚ ਪਏ ਰਹਿਣ, ਇਹਨਾਂ ਨੂੰ ਇਸ ਗੱਲ ਦੀ ਆਜ਼ਾਦੀ ਦਿਓ। ਸਮਝੇ ਕਿ ਨਹੀਂ। ਗੁਰੂ ਕਦੇ ਵੀ ਕਿਸੇ ਦੀ ਵਿਚਾਰਧਾਰਾ ਦੇ ਉੱਤੇ ਅਟੈਕ ਨਹੀਂ ਕਰਦਾ, ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਇਹ ਗੁੰਮਰਾਹ ਹੋਏ ਵੇ ਲੋਕ ਆ, ਇਹ ਲੋਕ ਇਨਸਾਨੀਅਤ ਤੋਂ ਉਲਟੇ ਵੇ ਲੋਕ ਆ, ਬ੍ਰਾਹਮਣਵਾਦ ਆ। ਸਮਝੇ ਕਿ ਨਹੀਂ। ਇਸ ਤੋਂ ਵੱਖਰੇ ਹੋਵੋ। ਅਸੀਂ ਯੂਨੀਵਰਸਲਿਜ਼ਮ 'ਚ ਬਿਲੀਵ ਕਰਦੇ ਹਾਂ। ਅਸੀਂ ਕਿਸੇ ਪਰਟੀਕੂਲਰ ਰਿਲੀਜਨ ਦੇ ਵਿੱਚ, ਪਰਟੀਕੂਲਰ ਸਮਾਜ ਦੇ ਵਿੱਚ, ਪਰਟੀਕੂਲਰ ਸੁਸਾਇਟੀ ਨੂੰ ਨਹੀਂ। ਅਸੀਂ ਤਾਂ ਕਹਿੰਦੇ ਹਾਂ ਦੁਨੀਆ ਦੇ ਵਿੱਚ ਜੇ ਕੋਈ ਮਤਲਬ ਇਸ ਵੇਲੇ ਦੁਨੀਆ ਨੂੰ ਰਾਹਤ ਦੇ ਸਕਦਾ ਤਾਂ ਸਿੱਖੀਜ਼ਮ ਦੇ ਸਕਦਾ ਜੀ। ਸਮਝੇ ਕਿ ਨਹੀਂ। ਤੋ ਇਸ ਕਿਸਮ ਦੀ ਰਾਜਨਾਥ ਕੌਣ ਆ, ਕੀ ਉਹਦੀ ਔਕਾਤ ਆ, ਕੀ ਉਹਦੀ ਵੈਲਿਊ? ਇੱਕ ਮਾੜਾ ਜਿਹਾ ਮਿਨਿਸਟਰ ਆ, ਉਹਨੇ ਤਾਂ ਭੁਲੇਖੇ ਪਾਉਣੇ ਆ। ਉਹਨਾਂ ਦਾ ਆਪਣਾ ਵੈਸਟਡ ਇੰਟਰਸਟ ਆ ਸਿੱਖਾਂ ਨੂੰ ਮੁਸਲਮਾਨਾਂ ਦੇ ਵਿਰੋਧ 'ਚ ਖੜਾ ਕਰਨਾ ਉਹਨਾਂ ਨੇ, ਕਿਉਂਕਿ ਉਹਨਾਂ ਦਾ ਇਸ ਗੱਲ ਦੇ ਵਿੱਚ ਵੈਸਟਡ ਇੰਟਰਸਟ ਆ। ਤੋ ਇਹ ਗੱਲਾਂ ਐਵੇਂ ਫਜ਼ੂਲ ਆ, ਇਹਨਾਂ ਦੀ ਕੋਈ ਰੈਲੇਵੈਂਸ ਨਹੀਂ। ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਗੱਲ ਸੋਚੋ ਨਾ, ਕੋਈ ਗੱਲ ਵਿਚਾਰੋ ਨਾ, ਉਹਦੇ ਲੜ ਲੱਗੋ, ਉਹਦੇ 'ਚ ਲੱਭੋ ਕੀ ਦੱਸਿਆ ਮਹਾਰਾਜ ਨੇ, ਉਸ ਨੂੰ ਸਮਰਪਿਤ ਹੋ ਕੇ ਆਪਣਾ ਜੀਵਨ ਬਤੀਤ ਕਰੋ। ਸਰ ਮੈਨੂੰ ਇੱਕ ਪੁਆਇੰਟ ਹੋਰ ਯਾਦ ਆ ਗਿਆ, ਉਹ ਬਹੁਤ ਜ਼ਰੂਰੀ ਆ, ਉਹਦੇ ਬਾਰੇ ਵੀ ਤੁਹਾਡੇ ਤੋਂ ਜਾਣਕਾਰੀ ਅਸੀਂ ਤੁਹਾਡੇ ਨਾਲ ਉਹਦੇ 'ਤੇ ਗੱਲਬਾਤ ਕਰੀਏ। ਇਹ ਵੀ ਜ਼ਿਕਰ ਆਇਆ ਜਨਮ ਸਾਖੀਆਂ ਹੀ ਉਹਦਾ ਆਧਾਰ ਨੇ, ਔਰ ਖ਼ਾਸ ਤੌਰ 'ਤੇ ਕੋਈ ਰੈਲੇਵੈਂਟ ਜਿਹੜਾ ਉਹਦੇ ਬਾਰੇ ਕੋਈ ਐਡਾ ਪੁਖਤਾ ਹੈ ਨਹੀਂ, ਪਰ ਇਹ ਕਿਹਾ ਗਿਆ ਇਸ ਤੋਂ ਬਾਅਦ, ਇਸ ਮਸਲੇ ਦੇ ਆਉਣ ਤੋਂ ਬਾਅਦ, ਕਿ ਗੁਰੂ ਨਾਨਕ ਦੇਵ ਜੀ 1510 1511 ਦੇ ਆਸ-ਪਾਸ ਜਿਹੜਾ ਅਯੋਧਿਆ ਦੇ ਦੌਰੇ, ਤੁਸੀਂ ਮੇਰੀ ਗੱਲ ਨਹੀਂ ਸਮਝੇ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਬਾਰੇ ਗੱਲ ਕਰਨੀ ਆ, ਤੁਸੀਂ ਹੋਰ ਕੋਈ ਗੱਲ ਸੋਚਣੀ ਨਹੀਂ, ਕੋਈ ਕਰਨੀ ਨਹੀਂ। ਮਹਾਰਾਜ ਨੇ ਕਦੋਂ ਕਿਹਾ ਵੀ ਤੁਸੀਂ ਮੇਰੀ ਕੋਈ ਜੀਵਨ ਲੀਲਾ ਲਿਖੋ? ਮਹਾਰਾਜ ਨੇ ਆਪ ਜੇ ਲਿਖਣੀ ਹੁੰਦੀ ਆਪ ਲਿਖ ਦਿੰਦੇ। ਕਿਸੇ ਗੁਰੂ ਨੇ ਆਪਣੀ ਜੀਵਨ ਲੀਲਾ ਨਹੀਂ ਲਿਖੀ। ਸਮਝੇ ਨਾ ਮੇਰੀ ਗੱਲ। ਗੁਰੂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਦੇਤਾ ਲਿਖਤੀ ਰੂਪ ਦੇ ਵਿੱਚ, ਉਸ ਦੇ ਵਿੱਚ ਆਪਣੀ ਵਿਚਾਰਧਾਰਾ ਰੱਖਤੀ। ਉਹਦੇ ਵਿੱਚ ਕੋਈ ਇਸ ਕਿਸਮ ਦਾ ਬਿਰਤਾਂਤ ਨਹੀਂ ਵੀ ਕਿਸੇ ਦੇ ਖਿਲਾਫ ਕੋਈ ਗੱਲ ਹੋਵੇ। ਉਸ ਵਿੱਚ ਇਨਸਾਨੀਅਤ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਉੱਚੀਆਂ, ਜਿਹੜੀਆਂ ਵੈਲਿਊ ਸਿਸਟਮ, ਉਸ ਨੂੰ ਤੁਸੀਂ ਅਪਣਾ ਕੇ ਆਪਣੇ ਜੀਵਨ ਦੇ ਵਿੱਚ ਆਪਣਾ ਜੀਵਨ ਸੁਧਾਰੋ, ਸਮਾਜ ਸੁਧਾਰੋ, ਸਮਾਜ ਦੀਆਂ ਜਿਹੜੀਆਂ ਕੁਰੀਤੀਆਂ ਉਹਦੇ ਖਿਲਾਫ ਲੜੋ, ਜੱਦੇ-ਜਹਿਦ ਕਰੋ। ਸਮਝੇ ਕਿ ਨਹੀਂ। ਤੋ ਇਹ ਗੱਲਾਂ ਐਵੇਂ ਫਜ਼ੂਲ ਆ, ਇਹਨਾਂ ਦੀ ਕੋਈ ਵੈਲਿਊ ਨਹੀਂ। ਤੁਹਾਨੂੰ ਲਿਖਤੀ ਰੂਪ 'ਚ ਮਹਾਰਾਜ ਨੇ ਦਿੱਤਾ, ਲਿਖਤੀ ਰੂਪ 'ਚ ਆਪ ਲਿਖਾਇਆ ਆਪਣੀ ਜ਼ਿੰਦਗੀ 'ਚ। ਕਿਸੇ ਦੁਨੀਆ ਦਾ ਧਾਰਮਿਕ ਗ੍ਰੰਥ ਨਹੀਂ ਹੈ ਜਿਹੜਾ ਪ੍ਰੋਫਿਟ ਨੇ ਆਪ ਲਿਖਿਆ ਹੋਵੇ।
ਤੁਹਾਡੀ ਤਾਂ ਬਹੁਤ ਖੁਸ਼ਕਿਸਮਤੀ ਹੈ ਸਿੱਖਾਂ ਦੀ ਕਿ ਤੁਹਾਨੂੰ ਲਿਖਤੀ ਰੂਪ 'ਚ ਗੁਰੂ ਨੇ ਆਪਣੇ ਜੀਵਨ ਦੇ 'ਚ ਆਪ ਲਿਖਾ ਕੇ ਤੁਹਾਡੇ ਅੱਗੇ ਰੱਖਤਾ ਔਰ ਉਹਨੂੰ ਪਰਮੇਸ਼ਰ ਕਹਿ ਪੋਥੀ ਪਰਮੇਸ਼ਰ ਕਾ ਥਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਉਸ ਨੂੰ ਰੱਬ ਬਣਾਤਾ ਗੁਰੂ ਗ੍ਰੰਥ ਸਾਹਿਬ ਨੂੰ ਰੱਬ ਬਣਾਤਾ ਪੋਥੀ ਪਰਮੇਸ਼ਰ ਕਾ ਥਾਨ ਔਰ ਮਹਾਰਾਜ ਪਹਿਲਾਂ ਮੰਜੀ ਤੇ ਆਪ ਬਿਰਾਜਮਾਨ ਹੁੰਦੇ ਸੀ ਜਿਸ ਦਿਨ ਲੈ ਕੇ ਆਏ ਗੁਰੂ ਗ੍ਰੰਥ ਸਾਹਿਬ ਤਾਂ ਉਹਨਾਂ ਨੇ ਮਤਲਬ ਪੋਥੀ ਨੂੰ ਲੈ ਕੇ ਆਏ ਮੰਜੀ ਤੇ ਉਹਨੂੰ ਬਿਰਾਜਮਾਨ ਕਰਤਾ ਆਪ ਫਰਸ਼ ਤੇ ਬੈਠ ਕੇ ਆਮ ਸਿੱਖਾਂ ਦੇ ਨਾਲ ਤਾਂ ਮਹਾਰਾਜ ਨੇ ਐਡਾ ਉੱਚਾ ਸਥਾਨ ਦਿੱਤਾ ਪੋਥੀ ਨੂੰ ਪਰਮੇਸ਼ਰ ਕਹਿ ਕੇ ਜਿਹੜੀ ਕਿਸੇ ਹੋਰ ਧਾਰਮਿਕ ਗ੍ਰੰਥ ਦੀ ਉਹ ਪੋਜੀਸ਼ਨ ਨਹੀਂ ਹੈ ਜਿਹੜੇ ਦੂਜੇ ਸਾਰੇ ਦੇ ਸਾਰੇ ਧਾਰਮਿਕ ਗ੍ਰੰਥ ਆ ਉਹ ਉਹਨਾਂ ਦੇ ਪੈਗੰਬਰਾਂ ਦੇ ਨੀਚੇ ਆ ਚਾਹੇ ਬਾਈਬਲ ਆ ਉਹ ਨੀਚੇ ਆ ਚਾਹੇ ਕੁਰਾਨ ਆ ਉਹ ਨੀਚੇ ਆ ਚਾਹੇ ਕੋਈ ਹੋਰ ਧਾਰਮਿਕ ਗ੍ਰੰਥ ਆ ਟੋਰਾ ਉਹਨਾਂ ਦਾ ਜਿਊਜ਼ ਦਾ ਉਹ ਵੀ ਨੀਚੇ ਆ ਪ੍ਰੋਫਿਟ ਦੇ ਸਾਡਾ ਜਿਹੜਾ ਧਾਰਮਿਕ ਗ੍ਰੰਥ ਆ ਉਹ ਰੱਬ ਹੈ ਅਸੀਂ ਰੱਬ ਦੀ ਭਾਲ 'ਚ ਨਹੀਂ ਜਾਣਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਆਪਣਾ ਜੀਵਨ ਸਵਾਰ ਕੇ ਉਸ ਰਸਤੇ 'ਤੇ ਚੱਲਣਾ ਜੀ ਬਹੁਤ ਧੰਨਵਾਦ ਸਰ ਤਾਂ ਡਾਕਟਰ ਸਾਹਿਬ ਨੇ ਇਸ ਗੱਲ ਦੇ ਉੱਪਰ ਜ਼ੋਰ ਦਿੱਤਾ ਹੈ ਕਿ ਕੋਈ ਟਿੱਪਣੀ ਰਾਜਨੀਤਿਕ ਤੌਰ ਤੇ ਕਰਦਾ ਹੈ ਜਾਂ ਕੋਈ ਆਧਾਰ ਚੀਜ਼ਾਂ ਨੂੰ ਬਣਾ ਕੇ ਪੇਸ਼ ਕਰਦਾ ਹੈ ਕਿ ਸਿੱਖ ਇਸ ਤਰ੍ਹਾਂ ਨੇ ਜਾਂ ਸਿੱਖਾਂ ਨੇ ਪੂਜਾ ਕੀਤੀ ਜਿਹੜਾ ਰਾਮ ਮੰਦਿਰ ਦੇ ਲਈ ਜਾਂ ਕੁਛ ਇਸ ਤਰ੍ਹਾਂ ਦੀਆਂ ਟਿੱਪਣੀਆਂ ਉਹ ਰਾਜਨੀਤਿਕ ਹੋ ਸਕਦੀਆਂ ਨੇ ਕਿਸੇ ਦੇ ਉਹਦੇ 'ਚ ਨਿੱਜੀ ਭਾਈ ਪੂਜਾ ਤਾਂ ਸਿੱਖਾਂ ਨੂੰ ਵਰਜਿਤ ਆ ਬਿਲਕੁਲ ਜੀ ਮੂਰਤੀ ਪੂਜਾ ਦੀ ਮੂਰਤੀ ਪੂਜਾ ਬਿਲਕੁਲ ਵਰਜਿਤ ਆ ਸਾਡੇ ਲਈ ਕੁਝ ਨਹੀਂ ਉਹਨਾਂ ਦੀ ਵੈਲਿਊ ਉਹਨਾਂ ਦੀ ਕੋਈ ਰੈਲੇਵੈਂਸ ਨਹੀਂ ਹੈ ਸਾਡੇ ਧਾਰਮਿਕ ਅਸੀਂ ਪੁਜਾਰੀ ਨਹੀਂ ਹਾਂ ਸਮਝੇ ਕਿ ਨਹੀਂ ਅਸੀਂ ਪੂਜਾ ਸਥਲ ਨਹੀਂ ਹੈ ਸਾਡਾ ਜਿਹੜਾ ਦਰਬਾਰ ਸਾਹਿਬ ਆ ਉੱਥੇ ਤੁਸੀਂ ਰਹਿ ਕੇ ਚੰਗਾ ਜੀਵਨ ਜੀਣਾ ਉੱਥੇ ਜਦੋਂ ਜਹਿਦ ਕਰਨੀ ਹੈ ਸਮਾਜ ਦੇ ਲਈ ਸਮਾਜ ਦੀਆਂ ਅੱਛੀਆਂ ਵੈਲਿਊਜ਼ ਨੂੰ ਆਪ ਅਡਾਪਟ ਕਰਨਾ ਦੁਨੀਆ ਨੂੰ ਦੇਣੀ ਆ ਉਹ ਵੈਲਿਊ ਸਿਸਟਮ ਉੱਥੇ ਗਰੀਬਾਂ ਦੀ ਮਦਦ ਕਰਨੀ ਹੈ ਜਿਹੜੇ ਭੁੱਖੇ ਆ ਉਹਨਾਂ ਨੂੰ ਤੁਸੀਂ ਉੱਥੇ ਲੰਗਰ ਛਕਾਉਣਾ ਜਿਹੜੇ ਨਿਉਟੇ ਆ ਉਹਨਾਂ ਦਾ ਆਸਰਾ ਬਣਨਾ ਤੁਸੀਂ ਐਵੇਂ ਹੀ ਵਧੀਆ ਫਜ਼ੂਲ ਗੱਲਾਂ 'ਚ ਪਈ ਜਾਂਦੇ ਹੋ ਉਹਨਾਂ ਦੇ ਮਗਰ ਲੱਗ ਕੇ ਜੀ ਬਿਲਕੁਲ ਤਾਂ ਸਾਰੇ ਦਰਸ਼ਕਾਂ ਨੂੰ ਜਿਹੜੀ ਇਹ ਕਵਰੇਜ ਆ ਉਹ ਸੁਣ ਲੈਣੀ ਚਾਹੀਦੀ ਹੈ ਡਾਕਟਰ ਸਾਹਿਬ ਖੁਦ ਹੀ ਇੱਕ ਆਪਣੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਐਕਸਪਲੇਨ ਕੀਤਾ ਅਤੇ ਜਿਹੜੀਆਂ ਟਿੱਪਣੀਆਂ ਨੇ ਉਹ ਕੋਈ ਨਾ ਕੋਈ ਆਪਣੇ ਇੰਟਰਸਟ ਦੇ ਲਈ ਕਰਦਾ ਆਇਆ ਪਰ ਜੋ ਤੱਥ ਹੈ ਜੋ ਸਹੀ ਹੈ ਜੋ ਸੱਚ ਹੈ ਉਹ ਤਾਂ ਪ੍ਰਤੱਖ ਹੈ ਉਸ ਨੂੰ ਕਿਸੇ ਪ੍ਰਮਾਣ ਦੀ ਜ਼ਰੂਰਤ ਨਹੀਂ ਹੈ ਕੈਮਰੇ ਤੇ ਮੇਰਾ ਸਾਥ ਦੇ ਰਹੀ ਸੀ ਗਦੀਪ ਮੈਂ ਮਨਪ੍ਰੀਤ ਸਿੰਘ ਧੰਨਵਾਦ